सतनाम श्री वाहिगुरु साहिब जी। भगत भगत जग बजिया, चौहो चक्का दे विच चमरेटा। पहाड़ा गंढै राह विच, कुला धर्म ढोए ढोर समेटा। ज्यों कर मेले चिथड़े, हीरा लाल अमोल पलेटा। चौबरना उपदेश दा, ज्ञान ध्यान कर भगत सहेटा। हबण आया संग मिल, बनारस कर गंगा थेटा। कढ़ कसीरा सौंपिया, रविदास गंगा की भेटा। लगा पुरब अचीबदा, डिठा चलत अचरज अमेटा। लया कसीरा हथ कढ़, सूत एक ज्यों ताना पेटा। भगत जना हर माँ प्यों बेटा। परम सत्कारयोग सतगुरां दी साजी नीम बाजी, गुरु प्यारी गुरु सवारी, गुरु दा खास रूप साध संगीओ। आप सर्वत सिख संगत धनता दे योग है, बधाई दी पात्र है समुची सिख संगत, जो आप जी ने सतगुरां दी रहमत सदका, सतगुरां दी अपार कृपा सदका अमृत वेले उठ के तन दा इशनान किया। गुरु दरबार दियां हाजरियां भरियां ने। सतगुरां दी पवित्र हजूरी विच पहुंचण ते आप सर्वत सिख संगत दा बहुत बहुत धन्नवाद किया जांदा है जी। जी आया नूं आख्या जांदा है। आओ रल मिल के अज फिर श्रोमणी भगत भगत बाबा रविदास साहब जी दे अवतार दिहाड़े की खुशी दे विच उन्हां दे जीवन दे नाल विचार साझी करिए। रविदास भगत जी बालक उम्र तो टप के कसोर उम्र दे विच पुजे, जदों नौजवान होए ना साध संगत जी, वड्डे होए ते घर दे कामां दे विच हत्थ वटाउण लगे, घर दा काम कार करन लगे। पर ओपरा ओपरा ते उपराम रहन लगे। उन्हां दे उपराम रहन कारण, उन्हां दे उदास रहन दे कारण करके घर दे परिवारक मैंबर बड़े तंग होया करन। साध संगत जी भी चुपचाप जे रहिंदे ने, उदास जे रहिंदे ने, पर कुछ आखण दा
ਹੌਸਲਾ ਨਾ ਪਾ ਸਕੇ ਕੋਈ ਵੀ ਪਰਿਵਾਰਕ ਮੈਂਬਰ, ਕਿਉਂਕਿ ਉਹਨਾਂ ਦੇ ਚਿਹਰੇ ਦਾ ਪ੍ਰਭਾਵ ਵੀ ਕੁਝ ਐਸਾ ਸੀ। ਦੂਸਰਾ, ਉਹ ਸੰਤਾਂ ਸਾਧੂਆਂ ਦੇ ਕੋਲ ਜਾਂਦੇ, ਸਵਾਮੀ ਰਾਮਾਨੰਦ ਜੀ ਦੇ ਡੇਰੇ ਜਾ ਕੇ ਬੈਠੇ ਰਹਿੰਦੇ, ਰਾਮ ਨਾਮ ਦਾ ਸਿਮਰਨ ਕਰਦੇ ਰਹਿੰਦੇ। ਤੇ ਸਾਧ ਸੰਗਤ ਜੀ, ਉਹਨਾਂ ਨੇ ਐਸਾ ਕਰਨ ਦੇ ਨਾਲ ਘਰ ਦੇ ਖਿਆਲ ਕਰਨ ਲੱਗ ਪਏ ਕਿ ਕਿਤੇ ਰਵਿਦਾਸ ਘਰ ਛੱਡ ਕੇ ਹੀ ਨਾ ਚਲਿਆ ਜਾਵੇ। ਘਰ ਵਾਲਿਆਂ ਨੂੰ ਇਸ ਦਾ ਫਿਕਰ ਹੋ ਗਿਆ। ਕੁਝ ਸਮਾਂ ਪਾ ਕੇ ਨਾ ਸਾਧ ਸੰਗਤ ਜੀ, ਪਰਿਵਾਰ ਵੱਲੋਂ ਭਗਤ ਰਵਿਦਾਸ ਜੀ ਦਾ ਵਿਆਹ ਕਰ ਦਿੱਤਾ। ਘਰ ਦੇ ਵਿੱਚ ਪਤਨੀ ਆਉਣ ਤੇ ਵੀ ਭਗਤ ਰਵਿਦਾਸ ਜੀ ਕੁਝ ਕਾਹਲੇ ਨਾ ਪਏ। ਸਾਧ ਸੰਗਤ ਜੀ, ਸ਼ਾਦੀ ਹੋ ਗਈ, ਘਰ ਵਿੱਚ ਪਤਨੀ ਆ ਗਈ, ਫਿਰ ਵੀ ਉਸੇ ਤਰ੍ਹਾਂ ਹੀ ਆਪਣਾ ਜੀਵਨ ਬਤੀਤ ਕਰਦੇ ਨੇ। ਉਹ ਆਪਣੀ ਚਾਲੇ ਚਲੇ ਜਾਣ ਲੱਗੇ। ਭਗਤ ਰਵਿਦਾਸ ਜੀ ਜੋ ਧਰਮ ਪਤਨੀ ਸੀ ਨਾ ਸਾਧ ਸੰਗਤ ਜੀ, ਪਤਨੀ ਕੁਝ ਭਲੇ ਘਰ ਦੀ ਨੇਕ ਔਰਤ ਸੀ, ਲੜਕੀ ਸੀ ਨੇਕ ਘਰ ਦੀ। ਉਹ ਉਹਨਾਂ ਦਾ ਸਤਿਕਾਰ ਕਰਦੀ, ਭਗਤ ਰਵਿਦਾਸ ਜੀ ਦਾ ਹੁਕਮ ਮੰਨਦੀ ਤੇ ਆਪਣੀ ਕਿਰਤ ਕਰੀ ਜਾਂਦੀ। ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਦਿਨ ਬੀਤੇ ਜਾਣ ਲੱਗੇ। ਭਗਤ ਰਵਿਦਾਸ ਜੀ ਤੜਕੇ ਉੱਠ ਕੇ ਨਾ ਇਸ਼ਨਾਨ ਕਰਕੇ ਪਰਮੇਸ਼ਰ ਦਾ ਧਿਆਨ ਧਰਦੇ ਤੇ ਚਤੇ ਪਹਿਰ ਪਰਮੇਸ਼ਰ ਨੂੰ ਯਾਦ ਕਰਦੇ ਰਹਿੰਦੇ। ਕੁਛ ਪਲ ਵੀ ਨਾ ਪਰਮੇਸ਼ਰ ਨੂੰ ਵਿਸਾਰਦੇ, ਬਸ ਨਾਮ ਦਾ ਸਿਮਰਨ ਕਰੀ ਜਾਂਦੇ। ਤੇ ਸਾਧ ਸੰਗਤ ਜੀ, ਘਰ ਦੇ ਕੰਮ ਪਿੱਛੇ ਪੈ ਜਾਂਦੇ, ਘਰ ਦੇ ਕੰਮ ਹੋਰ ਇਕੱਠੇ ਹੋ ਜਾਂਦੇ। ਪਰ ਲੋਕ ਦੇਖਣ ਤੇ ਸੁਣਨ ਵਾਲੇ ਆਖਦੇ ਕਿ ਇਹ ਭਗਤ ਨੇ, ਪੂਰਬਲੇ ਜਨਮ ਦੇ ਵਿੱਚ ਚੰਗਾ ਕਰਮ ਕਰਦੇ ਰਹੇ, ਸੋ ਪਰਮੇਸ਼ਰ ਦੇ ਨਾਲ ਇਹਨਾਂ ਦਾ ਪਿਆਰ ਪੈ ਗਿਆ। ਸਾਧ ਸੰਗਤ ਜੀ, ਸੱਚ ਬੋਲਣਾ ਤੇ ਦਾਨ ਕਰਨ ਦਾ ਸੁਭਾਅ ਵੱਡੇ ਲੋਕਾਂ ਵਰਗਾ ਬਣ ਗਿਆ। ਜੇ ਕੋਈ ਭਗਤ ਰਵਿਦਾਸ ਜੀ ਤੋਂ ਕੋਈ ਜੋੜਾ ਮੰਗਦਾ ਨਾ ਤੇ ਆਖਦਾ ਮੇਰੇ ਕੋਲੇ ਪੈਸੇ ਨਹੀਂ, ਤਾਂ ਭਗਤ ਰਵਿਦਾਸ ਜੀ ਜੋੜਾ ਮੰਗਣ ਵਾਲੇ ਨੂੰ ਫ੍ਰੀ ਦੇ ਵਿੱਚ ਜੋੜਾ ਦੇ ਦਿਆ ਕਰਨ। ਪਰ ਅਗਿਆਨੀ ਪੁਰਸ਼ ਰਵਿਦਾਸ ਜੀ ਦੇ ਮਾਂ ਬਾਪ ਅੰਦਰਲੇ ਭੇਦ ਨੂੰ ਨਾ ਜਾਣਦੇ। ਤਾਂ ਉਹ ਖਿਆਲ ਕਰਦੇ ਕਿ ਰਵਿਦਾਸ ਬੜਾ ਲਾਪਰਵਾਹ ਹੈ, ਆਪਣੀ ਕਿਰਤ ਦੀ ਕਮਾਈ ਨੂੰ ਫ੍ਰੀ ਦੇ ਵਿੱਚ ਲੁਟਾ ਰਿਹਾ ਹੈ। ਇਹ ਘਰ ਵਾਸਤੇ ਕੁਝ ਇਕੱਠਾ ਨਹੀਂ ਕਰਦਾ, ਫ੍ਰੀ ਦੇ ਵਿੱਚ ਲੋਕਾਂ ਨੂੰ ਜੋੜੇ ਦੇ ਰਿਹਾ ਬਣਾ ਬਣਾ ਕੇ। ਉਹਦੇ ਮਾਤਾ ਪਿਤਾ ਨਾ, ਭਗਤ ਰਵਿਦਾਸ ਜੀ ਦੇ ਮਾਤਾ ਪਿਤਾ ਸਾਧ ਸੰਗਤ ਜੀ, ਉਹ ਦੁਨਿਆਵੀ ਦ੍ਰਿਸ਼ਟੀ ਦੇ ਨਾਲ ਭਗਤ ਰਵਿਦਾਸ ਸਾਹਿਬ ਜੀ ਨੂੰ ਵੇਖਦੇ ਸੀ, ਪਰ ਅੰਦਰੋਂ ਨਹੀਂ ਸੀ ਸਮਝਦੇ। ਉਹਨਾਂ ਦਾ ਤੱਕਣਾ ਐਸਾ ਉਹਨਾਂ ਵਾਸਤੇ ਲਾਹੇਵੰਦ ਨਹੀਂ ਸੀ। ਸਾਧ ਸੰਗਤ ਜੀ, ਐਸਾ ਕਰਦੇ ਹੋਏ ਇੱਕ ਦਿਨ ਨਾ ਭਗਤ ਰਵਿਦਾਸ ਜੀ ਦੇ ਮਾਤਾ ਪਿਤਾ ਜੀ ਗਰਮ ਹੋ ਗਏ। ਸਾਧ ਸੰਗਤ ਜੀ, ਔਖੇ ਭਾਰੇ ਹੋ ਗਏ ਭਗਤ ਰਵਿਦਾਸ ਜੀ ਦੇ ਮਾਤਾ ਪਿਤਾ ਜੀ। ਤੇ ਰਵਿਦਾਸ ਜੀ ਨੂੰ ਕਹਿ ਲਗੇ, ਰਵਿਦਾਸ ਇਦਾਂ ਕਰ,
ਸਾਡੇ ਨਾਲੋਂ ਆਪਣਾ ਘਰ ਅੱਡ ਕਰ ਲਾ, ਵੱਖਰਾ ਕਰ ਲਾ, ਘਰ ਬਣਾ ਲਾ ਆਪਦਾ। ਅੱਡ ਚੁੱਲ੍ਹਾ ਬਣਾ ਕੇ ਆਪਣੀ ਆਡੀ ਕਿਰਤ ਕਰਿਆ ਕਰ। ਅਸੀਂ ਤੇਰੇ ਤੋਂ ਤੰਗ ਆ, ਅਸੀਂ ਤੇਰੇ ਨਾਲ ਰਹਿ ਨਹੀਂ ਸਕਦੇ। ਭਗਤ ਰਵਿਦਾਸ ਜੀ ਦੇ ਮਾਤਾ ਪਿਤਾ ਜੀ ਕਹਿਣ ਲੱਗੇ, ਆਪਣੀ ਕਿਰਤ ਨੂੰ ਭਾਵੇਂ ਤੂੰ ਉਜਾੜ ਤੇ ਭਾਵੇਂ ਰੱਖ ਲਿਆ ਕਰ, ਸਾਨੂੰ ਇਹਦੇ ਵਿੱਚ ਕੋਈ ਦੁੱਖ ਨਹੀਂ ਹੈ, ਪਰ ਸਾਨੂੰ ਦੁਖੀ ਨਾ ਕਰ। ਮਾਤਾ ਪਿਤਾ ਜੀ ਕਹਿਣ ਲੱਗੇ, ਅਸੀਂ ਤਾਂ ਇਹ ਨਹੀਂ ਸਹਿ ਸਕਦੇ ਕਿ ਸਭ ਕੁਝ ਦਾਨ ਕਰੀ ਜਾਵੇਂ। ਤਾਂ ਇਦਾਂ ਕਰ, ਆਪਣੀ ਪਤਨੀ ਨੂੰ ਲੈ ਕੇ ਆਪਣੀ ਵੱਖਰੀ ਝੁੱਗੀ ਬਣਾ ਕੇ ਰਹਿਣ ਲੱਗ ਪਿਆ ਸਾਡੇ ਨਾਲੋਂ। ਮਾਤਾ ਪਿਤਾ ਕਹਿਣ ਲੱਗੇ, ਜਦੋਂ ਮਾਤਾ ਪਿਤਾ ਨੇ ਇਤਨੇ ਕਰੜੇ ਬਚਨ ਕਹੇ ਨਾ, ਕੌੜੇ ਬਚਨ ਕਹੇ, ਤੇ ਮਾਤਾ ਪਿਤਾ ਦੇ ਕਹੇ ਦਾ ਭਗਤ ਰਵਿਦਾਸ ਜੀ ਨੇ ਕੋਈ ਬੁਰਾਈ ਨਹੀਂ ਮੰਨਿਆ। ਸਾਧ ਸੰਗਤ ਜੀ, ਉਹਨਾਂ ਦੇ ਬਚਨ ਸੁਣ ਕੇ ਭਗਤ ਰਵਿਦਾਸ ਜੀ ਨੇ ਕੋਈ ਗੁੱਸਾ ਗਿਲਾ ਨਹੀਂ ਕੀਤਾ। ਉਹਨਾਂ ਨੇ ਬੜੀ ਧੀਰਜ ਦੇ ਨਾਲ ਉੱਤਰ ਦਿੱਤਾ ਕਿ ਹੇ ਪਿਤਾ ਜੀ, ਜੇਕਰ ਆਪ ਜੀ ਦੀ ਐਸੀ ਇੱਛਾ ਹੈ ਤਾਂ ਐਸਾ ਹੀ ਕਰੋ। ਰਾਮ ਆਪੇ ਹੀ ਮੇਰੇ ਕੰਮ ਕਰਦਾ ਰਹੇਗਾ। ਜਿਵੇਂ ਵਾਹਿਗੁਰੂ ਦੀ ਇੱਛਾ ਹੋਵੇਗੀ, ਕੰਮ ਹੁੰਦੇ ਰਹਿਣਗੇ। ਭਾਵੇਂ ਰਾਹ ਤੇ ਬਿਠਾ ਦਿਓ ਜਾਂ ਘਰ ਵਿੱਚ ਥਾਂ ਦੇ ਦਿਓ, ਮੈਨੂੰ ਇਹਦੇ ਨਾਲ ਕੋਈ ਗੁੱਸਾ ਗਿਲਾ ਨਹੀਂ ਤੁਹਾਡੇ ਦੇ ਨਾਲ। ਭਗਤ ਰਵਿਦਾਸ ਜੀ ਕਹਿਣ ਲੱਗੇ, ਕੀ ਪਤਾ ਕਿਸ ਪੂਰਬਲੇ ਜਨਮ ਦੇ ਕਾਰਨ ਮੁੜ ਜਨਮ ਲੈ ਲਿਆ ਤੇ ਆਪ ਜੀ ਦਾ ਪੁੱਤਰ ਅਖਵਾਇਆ। ਪਿਤਾ ਜੀ, ਅੱਜ ਤੋਂ ਹੀ ਵੱਖ ਹੋ ਜਾਂਦੇ ਆ, ਆਪਣੀ ਕਰਕੇ ਖਾ ਲਵਾਂਗੇ ਤੇ ਤੁਹਾਨੂੰ ਦੁਖੀ ਨਹੀਂ ਕਰਾਂਗੇ। ਭਗਤ ਰਵਿਦਾਸ ਜੀ ਕਹਿਣ ਲੱਗੇ। ਤੇ ਸਾਧ ਸੰਗਤ ਜੀ, ਉਸ ਦਿਨ ਭਗਤ ਰਵਿਦਾਸ ਜੀ ਨੇ ਨਾ ਲੱਕੜਾਂ ਵੱਢ ਕੇ ਲਿਆਂਦੀਆਂ ਬਾਹਰੋਂ, ਸਰਕੜਾ ਤੇ ਕਾਨੇ ਲਿਆਂਦੇ ਅਤੇ ਸਾਹੀ ਰਾਹ ਦੇ ਉੱਤੇ ਆਪਣੀ ਸੰਨ ਪਾ ਲਈ ਭਗਤ ਰਵਿਦਾਸ ਸਾਹਿਬ ਜੀ ਨੇ। ਉਸਦੀ ਪਤਨੀ ਸੀ ਨਾ, ਜੋ ਭਗਤ ਰਵਿਦਾਸ ਸਾਹਿਬ ਜੀ ਦੀ ਘਰਵਾਲੀ ਸੀ, ਉਹ ਬੜੀ ਹਿੰਮਤ ਵਾਲੀ ਔਰਤ ਸੀ। ਸਾਧ ਸੰਗਤ ਜੀ, ਉਸਨੇ ਦਵਾ ਦਬ ਸਿਰਕੀਆਂ ਬੰਨੀਆਂ ਤੇ ਮਿੱਟੀ ਪਾ ਕੇ ਲਿਪ ਪੋਚ ਕੇ ਸੁੰਦਰ ਕੁਟੀਆ ਬਣਾ ਲਈ। ਸਾਧ ਸੰਗਤ ਜੀ, ਸੁੰਦਰ ਕੁਟੀਆ ਬਣਾ ਲਈ ਤੇ ਦੂਜੇ ਇੱਕ ਪਾਸੇ ਉਹਨੇ ਸਾਧ ਸੰਗਤ ਜੀ ਥੜਾ ਬਣਾ ਲਿਆ, ਇੱਕ ਥੜਾ ਵੀ ਬਣਾ ਲਿਆ, ਜਿਸ ਉੱਤੇ ਆਏ ਗਏ ਬੈਠ ਜਾਂਦੇ। ਤੇ ਆਪ ਇੱਕ ਦੇਵੀ ਦੇ ਅੰਦਰ, ਆਪ ਉਸ ਦੇਵੀ ਨੇ ਅੰਦਰ ਇੱਕ ਆਪਣੇ ਵਾਸਤੇ ਥੜਾ ਬਣਾ ਲਿਆ ਤੇ ਜੁੱਤੀਆਂ ਤਿਆਰ ਕਰਕੇ ਆਏ ਗਏ ਗਾਹਕਾਂ ਨੂੰ ਜੁੱਤੀਆਂ ਗੰਢ ਕੇ ਉਹਨਾਂ ਨੂੰ ਵੱਖਰਾ ਹੀ ਗੁਜ਼ਾਰਾ ਕਰਨ ਲੱਗ ਪਏ। ਸਾਧ ਸੰਗਤ ਜੀ, ਤੇ ਸਤਿਗੁਰੂ ਭਗਤ ਰਵਿਦਾਸ ਸਾਹਿਬ ਜੀ ਦੇ ਬਚਨ ਨੇ ਮਲਾਰ ਬਾਣੀ ਰਾਗ ਦੇ ਵਿੱਚ ਭਗਤ ਰਵਿਦਾਸ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ, ਹਿਰਦੈ ਰਾਮ ਗੋਬਿੰਦ ਗੁਣ ਸਾਰੰ ਰਹਾਓ। ਸੁਰਸਰੀ ਸਲਲਾ ਕਿਤਾ ਬਰਾਨੀ ਰੇ, ਸੰਤ ਜਨ ਕਰਤ ਨਹੀਂ ਪਾਨੰ। ਸੁਰਾ ਅਪਵਿੱਤਰਾ ਨਤ ਅਬਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨੰ। ਤਾਰ ਤਾਰ ਅਪਵਿੱਤਰ ਕਰ ਮਾਨੀਐ ਰੇ, ਜਿਸ ਕਾਗਰਾ ਕਰਤ ਵਿਚਾਰੰ। ਭਗਤ ਰਵਿਦਾਸ ਸਾਹਿਬ ਜੀ ਦੇ ਇਹ ਬਚਨ ਮਲਾਰ ਰਾਗ ਦੇ ਵਿੱਚ ਦਰਜ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ।
उस समय भगत रविदास साहब जी ने आख्या कि हे नगर वासियों, इन्हां बचनों का भाव है कि हे नगर वासियों, कोई मत भुलेखा खाओ। भगत रविदास साहब कहते कोई मत भुलेखा खाओ कि मेरी जात चमार है। राम नाम जपन की महिमा है कि लोग चंगा समझन लग पे ने। मैं परमात्मा की बंदगी के नाल जुड़िया। भगत रविदास साहब कहते ते मैनू सारे लोग हुण चंगा समझते ने। राम नाम ने उत्तम बनाया, गंगा का जल पवित्र है, पर जे बेसमझ बंदे गंगा के जल के नाल शराब कढ़ते ने, उन्होंने राखस पींदे ने, नेक पुरुष नहीं ओ। इसे तरह जन्म करके असी उत्तम सी, पर कर्म ते विचार नीवें करके कदी असी माड़े बन गए। भगत रविदास साहब कहते हुण उच्चे होए आ तां उच्चे हो गए। अगे आप जी ने ना भगत रविदास साहब जी उदाहरण दे के समझाते ने। भगत रविदास कहते जिवें गंगा के पवित्र जल के नाल मिल के दूसरा जल भी चंगा हो जाता है ना। ताड़ दे पत्ते माड़े ने, पर उत्ते नाम लिखिया जाए तो वह पूजनिक हो जाते ने, उन्होंने नमस्कार करीदी है। ऐसे ही जन्म करके जे कोई नीच घर विच जम्मे तो भगती करके वह उच्चा हो जाता है, भावें नीवें घर दे विच जम्मिया होवे कोई मनुख। जदों परमात्मा की बंदगी के नाल जुड़ जाता है, फिर उच्चे जीवन वाला वह मनुख बन जाता है। ते उच्ची कुल वाला माड़े कर्म करके माड़ा बंदा खवाउण लग पैंदा है। जैसे इंद्र नूं शराप मिल गया सी। भगत रविदास साहब कहते भगवान ने आप कृपा कीती ते भगत रविदास जी पासों इंद्र सरावां तैयार करवा लईआं। साध संगत जी, उस परमात्मा परमेश्वर ने इंद्र सरावां तैयार करवा लईआं। पूजा होण लगी ते भगत जी सारियां जातां नूं उपदेश करन लगे। तां जो काशी दे पंडित सी ना साध संगत जी, जो काशी दे पंडित सी, वो बहुत तंग आ गए भगत रविदास साहब जी तो। वो भगत रविदास साहब दे नाल वो पंडित कांसी दे ईरखा करन लग पे। साध संगत जी, ईरखा दे साड़े दे कारण उन्होंने रौला पा दिता कि रविदास एक चमार होने करके उच्ची कुल वालियां दे कोलों पूजा कराउंदा है, उन्होंने चरनामित दिंदा है, मोक्ष दा राह दसदा है। जो ब्राह्मण तो बिना दसन दा किसी कोल अधिकार नहीं। ये गल्लां सिर्फ ते सिर्फ ब्राह्मण कर सकता है। जो भगत रविदास करता है उन्होंने कोई अधिकार नहीं करन दा। उसने मंदिर विच देवतियां दीयां मूर्तां क्यों रखियां ने। इस तरह रौला पवा के उन्होंने कांसी दे लोकां नूं इकट्ठा कर लिया। उन्हां पंडित लोकां ने, साध संगत जी, लोकां नूं इकट्ठे कर लिया ते इकट्ठे हो के वो सारे जाने कांसी दे नवाब कोल चले गए। साध संगत जी, सारे इकट्ठे होके ना कांसी दे नवाब कोल चले गए। उन्होंने मनु सिमरती का आसरा लिया ते नवाब नूं आख्या कि नवाब साहिब, शूद्र देवतियां की पूजा नहीं कर सकता, देव दर्शन भी नहीं कर सकता, हनेरा धर्म भ्रष्ट हुंदा जा रहा है, साडा तां धर्म ही भ्रष्ट हुंदा जा रहा, हनेर है। जो पंडितां ने इन्नियां गल्लां जाके नवाब नूं दसियां ना साध संगत जी, ते नवाब सुन के बड़ा हैरान होया। वो नेक पुरुष सी जो नवाब सी साध संगत जी कांसी दा।
ਉਹ ਨੇਕ ਪੁਰਸ਼ ਸੀ, ਕਿਸੇ ਸੰਗਤ ਨੂੰ ਕੁਝ ਨਹੀਂ ਸੀ ਆਖਣਾ ਚਾਹੁੰਦਾ। ਉਸਨੇ ਸਾਧ ਸੰਗੀ ਨਵਾਬ ਨੇ ਪੰਡਤਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਭਾਈ ਰਵਿਦਾਸ ਨੂੰ ਸੱਦ ਕੇ ਮੈਂ ਫੈਸਲਾ ਕਰਾਂਗਾ। ਤੁਹਾਡੀ ਗੱਲ ਵੀ ਸੁਣ ਲਈ ਤੇ ਹੁਣ ਮੈਂ ਭਗਤ ਰਵਿਦਾਸ ਦਾ ਫੈਸਲਾ ਵੀ ਸੁਣਨਾ, ਉਹਦਾ ਪੱਖ ਵੀ ਸੁਣ ਲਾ ਤੇ ਮੈਂ ਰਵਿਦਾਸ ਨੂੰ ਸੱਦ ਕੇ ਫੈਸਲਾ ਕਰਾਂਗਾ। ਤੁਸੀਂ ਇਸ ਗੱਲ ਤੋਂ ਘਬਰਾਓ ਨਾ, ਦੁੱਖ ਨਾ ਮਨਾਓ, ਕਿਸੇ ਪ੍ਰਕਾਰ ਦੇ ਗੁੱਸੇ ਵਿੱਚ ਨਾ ਆਓ। ਉਹ ਵੀ ਸੁਣਿਆ ਹੈ ਕਿ ਰਵਿਦਾਸ ਵੀ ਪ੍ਰਮਾਤਮਾ ਦਾ ਭਗਤ ਹੈ, ਮੈਂ ਸੁਣਿਆ। ਨਵਾਬ ਜੀ ਕਹਿਣ ਲੱਗੇ ਤੇ ਭਗਵਾਨ ਦੀ ਮਿਹਰ ਹਰ ਇੱਕ ਤੇ ਹੋ ਸਕਦੀ ਹੈ, ਨਾਲੇ ਜਿੰਨਾ ਚਿਰ ਰਵਿਦਾਸ ਨੂੰ ਕੋਲ ਨਾ ਸੱਦੀਏ ਤੇ ਉਹਨਾਂ ਚਿਰ ਇਨਸਾਫ ਨਹੀਂ ਹੋ ਸਕਦਾ। ਨਵਾਬ ਕਹਿਣ ਲੱਗੇ ਵੀ ਜੇ ਆਪਾਂ ਰਵਿਦਾਸ ਨੂੰ ਕੋਲੇ ਨਾ ਸੱਦਿਆ ਨਾ ਤੇ ਤੁਹਾਡੀਆਂ ਗੱਲਾਂ ਸੁਣ ਕੇ ਆਪਾਂ ਫੈਸਲਾ ਕਰ ਲਿਆ ਤੇ ਉਹਦੇ ਨਾਲ ਧੱਕਾ ਹੋ ਜਾਣਾ। ਆਪਾਂ ਉਹਨਾਂ ਨੂੰ ਕੋਲੇ ਬੁਲਾ ਕੇ ਉਹਨਾਂ ਦਾ ਪੱਖ ਸੁਣ ਕੇ ਫਿਰ ਤੁਹਾਡੇ ਸਾਹਮਣੇ ਫੈਸਲਾ ਸੁਣਾ ਦਾਂਗੇ। ਨਵਾਬ ਕਹਿਣ ਲੱਗਿਆ ਤੇ ਸਾਧ ਸੰਗਤ ਜੀ ਨਾ ਉਸੇ ਵੇਲੇ ਨਵਾਬ ਨੇ ਬੰਦਾ ਭੇਜ ਕੇ ਭਗਤ ਰਵਿਦਾਸ ਜੀ ਨੂੰ ਆਪਣੇ ਕੋਲ ਬੁਲਾ ਲਿਆ। ਉਹ ਖੁਸ਼ੀ ਖੁਸ਼ੀ ਆਏ ਤੇ ਭਗਤ ਰਵਿਦਾਸ ਸਾਹਿਬ ਜੀ ਕਿਸੇ ਕੋਲੋਂ ਡਰਦੇ ਨਹੀਂ ਸੀ। ਸਾਧ ਸੰਗਤ ਜੀ ਉਹ ਤਾਂ ਰਾਮ ਪਰਮੇਸ਼ਰ ਦੇ ਭਗਤ ਸਨ। ਨਵਾਬ ਬੜਾ ਸਿਆਣਾ ਤੇ ਇਨਸਾਫ ਕਰਨ ਵਾਲਾ ਬੰਦਾ ਸੀ, ਜੋ ਕਾਂਸੀ ਦਾ ਨਵਾਬ ਸੀ। ਉਹ ਮੁਸਲਮਾਨ ਸੀ। ਸਾਧ ਸੰਗਤ ਜੀ ਤੇ ਬੁੱਤ ਪੂਜਾ ਦੇ ਉਹ ਵਿਰੁੱਧ ਸੀ। ਬੁੱਤਾਂ ਨੂੰ ਨਿਰਜੀਵ ਪੱਥਰ ਦੀਆਂ ਮੂਰਤੀਆਂ ਜਾਣਦਾ ਸੀ ਨਵਾਬ। ਤੇ ਉਸ ਲਈ ਨਾ ਸਾਧ ਸੰਗਤ ਜੀ ਅਨੋਖਾ ਹੀ ਸਵਾਲ ਕਾਂਸੀ ਦੇ ਪੰਡਤਾਂ ਅੱਗੇ ਤੇ ਭਗਤ ਰਵਿਦਾਸ ਸਾਹਿਬ ਦੇ ਅੱਗੇ ਰੱਖਿਆ ਤੇ ਭਗਤ ਰਵਿਦਾਸ ਨੂੰ ਸੰਬੋਧਨ ਕਰਕੇ ਨਵਾਬ ਨੇ ਆਖਿਆ ਕਿ ਰਵਿਦਾਸ ਜੀ ਇਹ ਪੰਡਤ ਆਏ ਨੇ, ਇਹਨਾਂ ਦਾ ਇਹ ਦਾਅਵਾ ਹੈ ਕਿ ਤੁਸੀਂ ਸ਼ੂਦਰ ਹੋ ਤੇ ਤੁਹਾਨੂੰ ਦੇਵ ਮੂਰਤੀ ਦਾ ਪੂਜਨ ਦਾ ਕੋਈ ਹੱਕ ਨਹੀਂ। ਇਹ ਪੰਡਤ ਕਹਿ ਰਹੇ ਨੇ ਵੀ ਤੁਸੀਂ ਨੀਵੀਂ ਜਾਤ ਦੇ ਹੋ, ਤੁਹਾਨੂੰ ਮੰਦਰਾਂ ਦੇ ਵਿੱਚ ਮੂਰਤੀ ਪੂਜਾ ਦਾ ਹੱਕ ਨਹੀਂ। ਮੰਦਰ ਦੇ ਵਿੱਚ ਦੇਵਤਿਆਂ ਦੀਆਂ ਮੂਰਤੀਆਂ ਰੱਖ ਲਈਆਂ ਤੁਸੀਂ ਨੇ ਤੇ ਅਸਾਂ ਨੂੰ ਤਾਂ ਕੁਝ ਸਮਝ ਨਹੀਂ ਲੱਗੀ ਕਿ ਕੀ ਕਰੀਏ। ਸੋ ਮੈਨੂੰ ਤਾਂ ਇੱਕ ਬਿਆਨਤ ਸੁਝੀ ਹੈ। ਮੇਰੀ ਬਿਆਨਤ ਇਹ ਹੈ, ਇਹ ਪੰਡਤ ਲੋਕ ਕਹਿ ਰਹੇ ਨੇ ਵੀ ਮੂਰਤੀ ਪੂਜਾ ਦਾ ਮੰਦਰ ਵਿੱਚ ਸਾਨੂੰ ਅਧਿਕਾਰ ਹੈ, ਸ਼ੂਦਰ ਨੂੰ ਕੋਈ ਅਧਿਕਾਰ ਨਹੀਂ। ਭਗਤ ਰਵਿਦਾਸ ਜੀ ਤੈਨੂੰ ਇਹ ਕਹਿੰਦੇ ਨੇ ਵੀ ਮੂਰਤੀ ਪੂਜਾ ਕਰਨ ਦਾ ਅਧਿਕਾਰ ਨਹੀਂ। ਸੋ ਇੱਕ ਬਿਆਨਤ ਹੈ ਕਿ ਗੰਗਾ ਦੇ ਪਾਰਲੇ ਪਾਸੇ ਦੇਵਤਿਆਂ ਦੇ ਬੁੱਤ ਚੁੱਕ ਕੇ ਰੱਖ ਦਿੰਦੇ ਆ, ਤੁਸੀਂ ਪ੍ਰੇਮਾ ਭਗਤੀ ਦੇ ਨਾਲ ਉਹਨਾਂ ਨੂੰ ਆਪਣੇ ਕੋਲ ਸੱਦਣਾ। ਦੋਹਾਂ ਜਾਣਿਆਂ ਨੇ ਉਹਨਾਂ ਬੁੱਤਾਂ ਨੂੰ ਗੰਗਾ ਤੋਂ ਪਾਰਲੇ ਪਾਸੇ ਰੱਖੇ ਹੋਇਆਂ ਨੂੰ ਆਪਣੇ ਕੋਲ ਸੱਦਣਾ। ਤੁਸੀਂ ਆਪਣੇ ਕੋਲ ਬੁਲਾਉਣਾ ਉਹਨਾਂ ਨੂੰ। ਜਿਸ ਦੇ ਸੱਦੇ ਤੇ ਉਹ ਆ ਗਏ ਉਸ ਨੂੰ ਪੂਜਾ ਦਾ ਹੱਕ ਹੋਵੇਗਾ, ਜਿਸ ਦੇ ਸੱਦੇ ਤੇ ਨਾ ਆਉਣਾ ਉਸ ਨੂੰ ਹੱਕ ਨਹੀਂ ਹੋਵੇਗਾ। ਨਵਾਬ ਕਹਿਣ ਲੱਗਿਆ ਨਾਲੇ ਪਤਾ ਲੱਗ ਜਾਵੇਗਾ ਕਿ ਤੁਸਾਂ ਦੇ ਭਗਵਾਨ ਨੂੰ ਬ੍ਰਾਹਮਣ ਪਿਆਰੇ ਨੇ ਜਾਂ ਸ਼ੂਦਰ ਪਿਆਰੇ ਨੇ। ਪਰਮੇਸ਼ਰ ਨੂੰ ਕੌਣ ਪਿਆਰਾ ਹੈ? ਕਿ ਆਪ ਨੂੰ ਇਹ ਫੈਸਲਾ ਪ੍ਰਵਾਨ ਹੈ ਦੋਹਾਂ ਨੂੰ। ਉਸ ਵੇਲੇ ਭਗਤ ਰਵਿਦਾਸ ਜੀ ਨੇ ਬਚਨ ਕੀਤਾ, ਕਹਿਣ ਲੱਗੇ ਨਵਾਬ ਜੀ ਸਾਨੂੰ ਇਹ ਤੁਹਾਡਾ ਫੈਸਲਾ ਮਨਜ਼ੂਰ ਹੈ। ਜਿਵੇਂ ਇਸਾ ਕਰੋ, ਮੇਰਾ ਰਾਮ ਤਾਂ ਹਰ ਥਾਂ ਵਿਆਪਕ ਹੈ, ਹਰ ਵਸਤੂ ਦੇ ਵਿੱਚ, ਹਰ ਬੁੱਤ ਦੇ ਵਿੱਚ ਰਾਮ ਨੂੰ ਮੈਂ ਸਾਰੇ ਪਿਆਰੇ ਲੱਗਦੇ ਨੇ ਮੈਨੂੰ।
ਉਹ ਪਰਮਾਤਮਾ ਪਰਮੇਸ਼ਰ ਸਾਡੇ ਸਾਰਿਆਂ ਦੇ ਵਿੱਚ ਵਸ ਰਿਹਾ। ਸਾਨੂੰ ਸਾਰਿਆਂ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ। ਤੇ ਇਹ ਤਾਂ ਪੰਡਤ ਲੋਕ ਐਵੇਂ ਝਗੜਾ ਕਰ ਰਹੇ ਨੇ ਮੇਰੇ ਨਾਲ। ਫਿਰ ਨਵਾਬ ਨੇ ਨਾ ਸਾਧ ਸੰਗਤ ਜੀ ਪੰਡਤਾਂ ਨੂੰ ਪੁੱਛਿਆ। ਉਹਨਾਂ ਨੇ ਲਲਕਾਰੇ ਮਾਰ ਕੇ ਆਖ ਦਿੱਤਾ, ਕਿਉਂਕਿ ਉਹ ਹੰਕਾਰੀ ਪੁਰਸ਼ ਸੀ ਸਾਧ ਸੰਗਤ ਜੀ। ਉਹਨਾਂ ਨੇ ਸਾਰਿਆਂ ਨੇ ਛੇਤੀ ਛੇਤੀ ਆਖ ਦਿੱਤਾ ਕਿ ਅਸਾਂ ਨੂੰ ਵੀ ਇਹ ਮਨਜ਼ੂਰ ਹੈ। ਤਾਂ ਸਾਧ ਸੰਗਤ ਜੀ ਉਹ ਪੰਡਤ ਕਹਿਣ ਲੱਗੇ, ਅਸੀਂ ਆਪਣੇ ਦੇਵਤਿਆਂ ਨੂੰ ਸੱਦਾਂਗੇ, ਗੰਗਾ ਤੋਂ ਪਾਰਲੇ ਪਾਸੇ ਰੱਖ ਦਿਓ ਤੁਸੀਂ। ਦੇਵਤੇ ਸਾਡੇ ਨੇ। ਉਹਨਾਂ ਨੂੰ ਹੰਕਾਰ ਸੀ ਸਾਧ ਸੰਗਤ ਜੀ, ਆਪਣੀ ਉੱਚੀ ਜਾਤ ਦਾ ਹੰਕਾਰ ਸੀ। ਉਹ ਹਉਮੈ ਦੇ ਵਿੱਚ ਘਿਰੇ ਹੋਏ ਦੀਵਾਨੇ ਫਿਰਦੇ ਸਨ, ਇਸ ਵਾਸਤੇ ਵੀ ਕਿ ਉਹਨਾਂ ਨੂੰ ਆਪਣੀ ਵਿੱਦਿਆ ਦਾ ਮਾਣ ਸੀ ਵੀ ਅਸੀਂ ਵੇਦ ਪੜ੍ਹਦੇ ਹਾਂ। ਆਪਣੀ ਵਿੱਦਿਆ ਦਾ ਉਹਨਾਂ ਕੋਲੇ ਹੰਕਾਰ ਸੀ। ਯੰਤਰ ਮੰਤਰ ਜਾਣਦੇ ਸੀ। ਤੇ ਪੰਡਤ ਸਾਰੇ ਖੁਸ਼ ਹੋ ਗਏ, ਸਾਰੇ ਮੰਨ ਗਏ ਸਾਧ ਸੰਗਤ ਜੀ। ਜਦੋਂ ਸਾਰੇ ਪੰਡਤ ਮੰਨ ਗਏ, ਨਵਾਬ ਦੀ ਇੱਛਾ ਤਮਾਸ਼ਾ ਦੇਖਣ ਦੀ ਸੀ ਸਾਧ ਸੰਗਤ ਜੀ, ਵੀ ਦੋਨਾਂ ਦਾ ਤਮਾਸ਼ਾ ਦੇਖਾਂਗੇ। ਉਸ ਨੂੰ ਵਿਸ਼ਵਾਸ ਸੀ ਨਵਾਬ ਨੂੰ ਕਿ ਪੱਥਰ ਦੇ ਬੋਤਾ ਭਲਾ ਗੰਗਾ ਦੇ ਪਾਰਲੇ ਪਾਸੇ ਤੋਂ ਕਿਵੇਂ ਚੱਲ ਕੇ ਆਉਣਗੇ। ਦੋਹਾਂ ਨੂੰ ਝੂਠਿਆਂ ਕਰਕੇ ਦੇਵ ਪੂਜਾ ਛਡਾਕ ਦਿਆਵਾਂਗਾ, ਕਿਉਂਕਿ ਇਸਲਾਮ ਧਰਮ ਦੇ ਵਿੱਚ ਸਾਧ ਸੰਗਤ ਜੀ ਬੁੱਤ ਪੂਜਾ ਦੀ ਮਨਾਹੀ ਹੈ। ਉਸ ਕੀਤੇ ਫੈਸਲੇ ਅਨੁਸਾਰ ਹੁਕਮ ਦੇ ਕੇ ਨਾ ਸਾਧ ਸੰਗਤ ਜੀ ਰਵਿਦਾਸ ਭਗਤ ਦੇ ਮੰਦਰ ਵਿੱਚੋਂ ਸਾਰੀਆਂ ਦੇ ਮੂਰਤੀਆਂ ਉਠਾ ਲਈਆਂ। ਸਾਧ ਸੰਗਤ ਜੀ ਮੰਦਰ ਦੇ ਵਿੱਚੋਂ ਮੂਰਤੀਆਂ ਉਠਾ ਲਈਆਂ ਤੇ ਉਹਨਾਂ ਨੂੰ ਚੰਦਨ ਦੀ ਚੌਂਕੀ ਉੱਤੇ ਬੜੇ ਸਤਿਕਾਰ ਦੇ ਨਾਲ ਗੰਗਾ ਦੇ ਪਾਰ ਲਿਜਾ ਕੇ ਰੱਖ ਦਿੱਤਾ। ਸਾਧ ਸੰਗਤ ਜੀ ਉਹਨਾਂ ਪੱਥਰ ਦੀਆਂ ਮੂਰਤੀਆਂ ਨੂੰ ਗੰਗਾ ਦੇ ਪਾਰਲੇ ਪਾਸੇ ਰੱਖ ਦਿੱਤੀਆਂ। ਕੋਲ ਕੋਈ ਮਨੁੱਖ ਨਾ ਰਹਿਣ ਦਿੱਤਾ। ਨਵਾਬ ਨੇ ਪਹਿਲਾਂ ਨਾ ਪੰਡਤਾਂ ਨੂੰ ਹੁਕਮ ਕੀਤਾ। ਨਵਾਬ ਕਹਿਣ ਲੱਗਿਆ, ਪੰਡਤ ਜੀ ਕਿ ਉਹਨਾਂ ਦੇਵਤਿਆਂ ਨੂੰ ਗੰਗਾ ਜਲ ਉੱਪਰ ਦੀ ਉਹਨਾਂ ਦੇਵਤਿਆਂ ਨੂੰ ਕਹੋ ਆਪਣਿਆਂ ਨੂੰ ਜਿਹੜੇ ਗੰਗਾ ਦੇ ਪਾਰਲੇ ਪਾਸੇ ਪਏ ਨੇ ਕਿ ਉਹ ਦੇਵਤੇ ਤੁਹਾਡੇ ਪਾਣੀ ਦੇ ਉੱਪਰ ਤੈਰ ਕੇ ਆਉਣ। ਸੱਦੋ ਆਪਣੇ ਦੇਵਤਿਆਂ ਨੂੰ। ਹੁਣ ਦੇਖਦੇ ਹਾਂ ਕਿ ਦੇਵਤੇ ਤੁਸਾਂ ਦੇ ਨੇ, ਤੁਹਾਡਾ ਹੁਕਮ ਮੰਨ ਕੇ ਤੁਹਾਡੇ ਕੋਲ ਆ ਜਾਣਗੇ ਜਾਂ ਨਹੀਂ। ਪੜੋ ਆਪਣੇ ਮੰਤਰ। ਨਵਾਬ ਕਹਿਣ ਲੱਗਿਆ। ਤੇ ਸਾਧ ਸੰਗਤ ਜੀ ਉਹ ਪੰਡਤ ਲੋਕ ਲੱਗੇ ਆਵਾਜ਼ਾਂ ਮਾਰਨ। 2 ਘੰਟੇ ਆਵਾਜ਼ਾਂ ਮਾਰ ਕੇ ਥੱਕ ਗਏ। ਸਾਧ ਸੰਗਤ ਜੀ 2 ਘੰਟੇ ਆਵਾਜ਼ਾਂ ਮਾਰ ਕੇ ਥੱਕ ਗਏ, ਪਰ ਪੱਥਰ ਦੀਆਂ ਜੜ ਮੂਰਤੀਆਂ ਕਿਵੇਂ ਤੁਰ ਕੇ ਉਹਨਾਂ ਦੇ ਕੋਲ ਆਉਣ, ਉਹਨਾਂ ਨੂੰ ਕਿਵੇਂ ਸੁਣਾਈ ਦੇਵੇ। ਜਦ ਆਵਾਜ਼ਾਂ ਨਾ ਸੁਣੀਆਂ ਨਾ ਸਾਧ ਸੰਗਤ ਜੀ, ਤੇ ਉਹਨਾਂ ਪੰਡਤਾਂ ਦੇ ਵਿੱਚੋਂ ਕਈਆਂ ਨੇ ਵੇਦ ਮੰਤਰ, ਕਈਆਂ ਨੇ ਜਾਦੂ ਟੂਣੇ, ਜੰਤਰ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਉਹਨਾਂ ਮੂਰਤੀਆਂ ਨੂੰ ਸੱਦਣ ਵਾਸਤੇ। ਨਵਾਬ ਤੇ ਲੋਕ ਉਸ ਨਿਰਾਲੀ ਲੜਾਈ ਨੂੰ ਬੜੀ ਮੌਜ ਦੇ ਨਾਲ ਵੇਖ ਰਹੇ ਸੀ। ਸਾਧ ਸੰਗਤ ਜੀ ਭੀੜ ਬਹੁਤੀ ਹੋਈ ਸੀ। ਪੂਰਾ ਟਿਲ ਲਾ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਦੇ ਵਿਦਿਆਵਾਂ ਨੂੰ ਪਰਖ ਕੇ ਪੰਡਤਾਂ ਨੇ ਹਾਰ ਮੰਨ ਲਈ। ਸਾਧ ਸੰਗਤ ਜੀ ਨਵਾਬ ਦੇ ਅੱਗੇ ਵੀ ਸਾਡੇ ਮੰਤਰਾਂ ਦੇ ਨਾਲ, ਸਾਡੇ ਵੇਦਾਂ ਦੇ ਨਾਲ, ਸਾਡੇ ਪੜ੍ਹਨ ਪੜ੍ਹਾਉਣ ਦੇ ਨਾਲ ਇਹ ਦੇਵਤੇ ਦੀਆਂ ਮੂਰਤੀਆਂ ਨੇ, ਇਹ ਪਾਣੀ ਤੋਂ ਪਾਰ ਨਹੀਂ ਆ ਸਕਦੀਆਂ। ਹਾਰ ਮੰਨ ਲਈ। ਹਾਰ ਮੰਨਣ ਵੇਲੇ ਆਖਿਆ ਕਿ ਕਲਯੁਗ ਵੇਲੇ ਦੇਵ ਮੂਰਤੀਆਂ ਦੀ ਚੇਤਨਾ ਵਿੱਚ ਆ ਸਕਦੀਆਂ ਨੇ ਤੇ ਨਾ ਭਖਿਆ ਦੇ ਸਕਦੀਆਂ ਨੇ। ਇਹ ਤਾਂ ਚੁੱਪ ਤੇ ਅਹ ਰਹਿ ਕੇ ਨਰ ਨਾਰੀ ਦੀਆਂ ਅਰਦਾਸਾਂ ਸੁਣ ਕੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰ ਸਕਦੀਆਂ ਨੇ। ਇਹ ਤਾਂ ਰੱਬੀ ਭੇਦ ਹੈ। ਉਹ ਸਾਰੇ ਪੰਡਤ ਲੋਕ ਕਹਿਣ ਲੱਗੇ। ਪੰਡਤਾਂ ਦਾ ਇਹ ਉੱਤਰ ਸੁਣ ਕੇ ਨਾ ਸਾਧ ਸੰਗਤ ਜੀ ਨਵਾਬ ਹੱਸ ਪਿਆ।
ਉਸਨੇ ਹੱਸਦਿਆਂ ਹੋਇਆਂ ਭਗਤ ਰਵਿਦਾਸ ਜੀ ਨੂੰ ਆਖਿਆ ਕਿ ਹੇ ਰਾਮ ਭਗਤ, ਲੈ ਹੁਣ ਤੁਸਾਂ ਆਪਣੇ ਦੇਵਤਿਆਂ ਨੂੰ ਆਪਣੇ ਕੋਲ ਸੱਦ ਲਵੋ। ਹੁਣ ਤੁਹਾਡੀ ਵਾਰੀ ਹੈ, ਆਪਣੇ ਕੋਲ ਸੱਦ ਲਵੋ। ਪੰਡਤ ਤਾਂ ਨਹੀਂ ਸੱਦ ਸਕੇ, ਉਹ ਪ੍ਰੇਮੀ ਘੱਟ ਜਾਪਦੇ ਨੇ। ਉਸ ਵੇਲੇ ਨਵਾਬ ਨੇ ਮਖੌਲ ਕੀਤਾ ਸਾਧ ਸੰਗਤ ਜੀ ਵੀ ਪੰਡਤ ਤਾਂ ਘੱਟ ਪ੍ਰੇਮੀ ਨੇ, ਤੁਸੀਂ ਵੱਡੇ ਪ੍ਰੇਮੀ ਹੋ, ਤੇ ਹੁਣ ਆਪਣੇ ਦੇਵਤਿਆਂ ਨੂੰ ਗੰਗਾ ਤੋਂ ਪਾਰ ਉਰਾਂ ਬੁਲਾਓ ਸਾਡੇ ਕੋਲ। ਹੁਕਮ ਮੰਨ ਕੇ ਭਗਤ ਰਵਿਦਾਸ ਸਾਹਿਬ ਜੀ ਚੌਂਕੜਾ ਮਾਰ ਕੇ ਬੈਠ ਗਏ ਸਾਧ ਸੰਗਤ ਜੀ, ਤੇ ਧਿਆਨ ਭਗਤ ਰਵਿਦਾਸ ਜੀ ਨੇ ਭਗਵਾਨ ਦੇ ਚਰਨਾਂ ਵਿੱਚ ਜੋੜ ਲਿਆ। ਨੈਣ ਮੁੰਦ ਲਏ, ਆਪਣੇ ਰਾਮ ਨੂੰ ਯਾਦ ਕਰਦੇ ਹੋਏ ਆਪਣੀ ਇਲਾਹੀ ਬਾਣੀ ਦਾ ਗਾਇਨ ਕਰਨ ਲੱਗ ਪਏ ਤੇ ਸਰਧਾ ਦੇ ਨਾਲ ਭਗਵਾਨ ਨੂੰ ਸਾਧ ਸੰਗਤ ਜੀ ਯਾਦ ਕਰਨ ਲੱਗ ਪਏ। ਇੱਥੇ ਅੱਜ ਆਪਾਂ ਸਮਾਪਤੀ ਕਰ ਦਿਆਂਗੇ। ਕੱਲ ਤੋਂ ਫੇਰ ਇਦੋਂ ਅੱਗੇ ਇਸ ਭਗਤ ਰਵਿਦਾਸ ਸਾਹਿਬ ਜੀ ਦਾ ਆਪਾਂ